ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ 4-5 ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ BC ਦੇ ਮੌਸਮ ਬਾਰੇ ਗੱਲਬਾਤ ਕਰਨੀ ਹੈ। ਨਾ ਸਿਰਫ ਹੁਣ ਦਾ ਮੌਸਮ ਸਗੋਂ ਆਉਣ ਵਾਲੇ 30 ਸਾਲਾਂ ਦੇ ਲਈ ਕੁਝ ਭਵਿੱਖਬਾਣੀਆਂ ਆਈਆਂ ਨੇ, ਉਹ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਇੱਕ ਕੁਬੈਕ ਦੇ ਵਿੱਚ 48 ਸਾਲਾਂ ਬਾਅਦ ਕਾਤਲ ਲੱਭਿਆ। ਹਾਲਾਂਕਿ ਕਾਤਲ ਦੀ ਵੀ ਮੌਤ ਹੋ ਚੁੱਕੀ ਹੈ, ਪਰ ਇੱਥੋਂ ਦਾ ਜਿਹੜਾ ਇਨਸਾਫ ਦਾ ਪ੍ਰਬੰਧ ਆ ਕਿ ਇਹ ਛੱਡਦੇ ਨਹੀਂ, ਜਿਸ ਚੀਜ਼ ਦੇ ਜਿਹੜੀ ਚੀਜ਼ ਕੋਈ ਇਸ ਤਰ੍ਹਾਂ ਦੀ ਇਹਨਾਂ ਨੂੰ ਨਜ਼ਰ ਆਉਂਦੀ ਹੈ ਉਹਦੀ ਤਹਿ ਤੱਕ ਜਾਂਦੇ ਆ। ਮੂਲ ਨਿਵਾਸੀ ਲੋਕਾਂ ਦੀ ਮੌਤ ਬਾਰੇ ਚਰਚਾ ਹੋ ਰਹੀ ਹੈ। ਇਹ ਕੀ ਗੱਲਬਾਤ ਆ? ਅੰਟੈਰੀਓ ਦੇ ਵਿੱਚ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਬ੍ਰੇਕਫਾਸਟ ਦੀ ਮੰਗ ਉੱਠ ਰਹੀ ਹੈ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਜਿਹੜੀ ਇੱਕ ਮੌਤਾਂ ਦੇ ਮਾਮਲੇ ਆ ਉਹਦੇ ਬਾਰੇ ਵੀ ਇੱਕ ਰਿਪੋਰਟ ਆਈ, ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸਭ ਤੋਂ ਪਹਿਲਾਂ ਮੌਸਮ ਬਾਰੇ ਗੱਲਬਾਤ। ਤੁਹਾਨੂੰ ਪਤਾ ਕਿ ਪਿੱਛੇ ਜੇ ਗਰਮੀ ਬਹੁਤ ਪਈ, ਫਿਰ ਮੌਸਮ ਠੰਡਾ ਹੋ ਗਿਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਥੋੜ੍ਹੀ ਵਧਣ ਦੀ ਗੱਲਬਾਤ ਕੀਤੀ ਜਾ ਰਹੀ ਹੈ। ਹੁਣ ਇਹਦੇ ਕਈ ਅਸਰ ਪੈ ਰਹੇ ਆ ਗਰਮੀ ਦੇ। ਇੱਕ ਤਾਂ ਗਰਮੀ ਵਧਣ ਦੇ ਨਾਲ ਜਿਹੜੀ ਬਰਫ਼ ਆ ਉਹ ਪਿਘਲ ਰਹੀ ਆ ਪਹਾੜਾਂ ਦੇ ਉੱਤੇ, ਦਰਿਆਵਾਂ ਦੇ ਵਿੱਚ ਪਾਣੀ ਆ ਰਿਹਾ, ਹੜ੍ਹ ਆ ਰਹੇ ਆ। ਦੂਜੇ ਪਾਸੇ ਵੱਧਦੇ ਟੈਂਪਰੇਚਰ ਦੇ ਨਾਲ ਗਰਮੀ ਜ਼ਿਆਦਾ ਪੈ ਰਹੀ ਆ ਅਤੇ ਅੱਗਾਂ ਲੱਗਣ ਦਾ ਖਤਰਾ ਉਹ ਤੋਂ ਜ਼ਿਆਦਾ ਵੱਧ ਜਾਂਦਾ। ਐਡਵਾਈਜ਼ਰੀਜ਼ ਜਾਰੀ ਕੀਤੀਆਂ ਗਈਆਂ ਸੀ। ਅਲਬਰਟਾ ਦੇ ਵਿੱਚ ਖਾਸ ਤੌਰ ਦੇ ਉੱਤੇ ਵਾਈਲਡ ਫਾਇਰ ਦੀ ਸਮੱਸਿਆ ਦੇ ਨਾਲ ਵੱਡੇ ਪੱਧਰ ਦੇ ਉੱਤੇ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਜੇ ਪਿਛਲੇ 2-3 ਦਿਨ ਦੇ ਮੀਂਹ ਨਾ ਪੈਂਦੇ ਤਾਂ ਉੱਥੇ ਸਾਹ ਲੈਣਾ ਮੁਸ਼ਕਿਲ ਸੀ। ਜਿਹੜੀਆਂ ਐਡਵਾਈਜ਼ਰੀਜ਼ ਵੀ ਆਈਆਂ ਸੀ ਕਿ ਬਾਹਰ ਨਾ ਨਿਕਲੋ, ਕੰਮ ਕਾਰ ਨਾ ਕਰੋ, ਥੋੜ੍ਹਾ ਜਿਹਾ ਬਚਾਅ ਰੱਖੋ, ਉਹ ਜ਼ਿਆਦਾ ਖਤਰਨਾਕ ਹੋ ਸਕਦੀਆਂ ਸੀ। ਹੁਣ ਗੱਲਬਾਤ ਇਹ ਪਤਾ ਲੱਗ ਰਹੀ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕਲਾਈਮੇਟ ਕ੍ਰਾਈਸਿਸ ਵਧਣਾ ਆ, ਗਰਮੀ ਜ਼ਿਆਦਾ ਪੈਣੀ ਆ। ਹੁਣ ਉਹਨਾਂ ਨੇ ਰੀਜਨ ਵੀ ਦੱਸ ਦਿੱਤੇ ਕਿ ਆਹ ਇਲਾਕੇ ਜਿਹੜੇ ਆ ਇਹ ਸਭ ਤੋਂ ਜ਼ਿਆਦਾ। ਯੂਨੀਵਰਸਿਟੀ ਆਫ ਵਾਟਰਲੂ ਆ, ਉਹਨਾਂ ਨੇ ਇੱਕ ਪ੍ਰੋਜੈਕਸ਼ਨ ਸ਼ੇਅਰ ਕੀਤੀ ਆ ਅਗਲੇ 3 ਦਹਾਕਿਆਂ ਦੇ ਲਈ, ਯਾਨੀ 30 ਸਾਲਾਂ ਦੇ ਲਈ, ਕਿ ਆਪਣੇ ਕੈਨੇਡਾ ਦੇ ਵਿੱਚ, ਪੂਰਾ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ ਔਰ ਕਿੱਥੇ ਕਿੱਥੇ ਜਿਹੜੀ ਚਿੰਤਾ ਵਾਲੀ ਗੱਲ ਆ। ਐਕਸਪਰਟਸ ਨੇ ਜਿਹੜੇ ਪਿੰਨ ਪੁਆਇੰਟ ਕੀਤੇ ਆ, 3 ਜਿਹੜੇ ਇਹਨੂੰ ਉਹ ਰੈੱਡ ਜ਼ੋਨਸ ਕਹਿੰਦੇ ਆ, ਉਹਨਾਂ ਨੇ ਸ਼ਬਦ ਦੇ ਲਈ ਰੈੱਡ ਜ਼ੋਨ ਜਿਹੜਾ ਵਰਤਿਆ ਆ ਦੇਸ਼ ਦੇ ਵਿੱਚ। ਉਹ ਕਹਿੰਦੇ 3 ਰੈੱਡ ਜ਼ੋਨਸ ਨੇ ਜਿੱਥੇ ਮੌਸਮ ਦਾ ਸਭ ਤੋਂ ਵੱਧ ਖਤਰਾ ਹੋ ਸਕਦਾ ਹੈ। ਇੱਕ ਤਾਂ ਜਿਹੜਾ ਨਾਰਥ ਸ਼ੋਰ ਆ ਲੇਕ ਐਰੀ ਦਾ, ਇੱਥੇ ਤੱਕ ਆਉਂਦਾ ਸੇਂਟ ਲਾਰੈਂਸ ਲਿਵਰ ਵੈਲੀ ਤੱਕ, ontario ਅਤੇ ਕੁਬੈਕ ਦੇ ਵਿੱਚ। ਦੂਜਾ ਜਿਹੜੀਆਂ ਸਾਡੇ ਇੱਥੇ ਅਲਬਰਟਾ ਤੇ ਵਾਲੀਆਂ ਕਮਿਊਨਿਟੀਜ਼ ਨੇ US ਬਾਰਡਰ ਦੇ ਨਾਲ ਇੱਥੇ, ਤੇ ਇੱਕ ਵੱਡਾ ਸੈਕਸ਼ਨ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ। ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਮੌਸਮ ਨੇ ਜ਼ਿਆਦਾ ਮਾਰ ਕਰਨੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਰਿਸਰਚਰਸ ਇਹ ਦੇਖ ਰਿਹਾ ਹੈ ਕਿ ਜਿਹੜੀਆਂ ਕਮਿਊਨਿਟੀਜ਼ ਕੈਮਲੂਪਸ, ਕਲੋਨਾ, ਉੱਥੇ ਜ਼ਿਆਦਾ ਗਰਮੀ ਪਊਗੀ ਅਤੇ ਲੋਅਰ ਮੇਨਲੈਂਡ ਵੀ ਇਹਦੇ ਤੋਂ ਬਚ ਨਹੀਂ ਸਕੂਗਾ, ਪਰ ਕਲੋਨਾ ਅਤੇ ਕੈਮਲੂਪਸ ਦੇ ਵਿੱਚ ਗਰਮੀ ਜਾਂ ਮੌਸਮ ਦਾ ਜਿਹੜਾ ਬਦਲਦੇ ਮੌਸਮ ਦਾ ਅਸਰ ਆ ਉਹ ਇੱਥੇ ਜ਼ਿਆਦਾ ਹੋਣਾ। ਇਹਨੂੰ ਉਹਨਾਂ ਨੇ ਰੈੱਡ ਜ਼ੋਨ ਡਿਕਲੇਅਰ ਕੀਤਾ ਆ। ਜਿਹੜੀ ਅਰਬਨ ਹੀਟ ਆ ਇਹ ਇੱਕ ਵੱਡੀ ਪ੍ਰੋਬਲਮ ਆ ਇਸ ਵੇਲੇ। ਜਿਹੜੇ ਕਲਾਈਮੇਟ ਰੈਜ਼ੀਲੀਐਂਟ ਇਨਫਰਾਸਟਰਕਚਰ ਦੇ ਜਿਹੜੇ ਡਾਇਰੈਕਟਰ ਨੇ, ਉਹਨਾਂ ਨੇ ਇਹ ਗੱਲਬਾਤ ਦੱਸੀ ਆ ਕਿ ਜਿਹੜੀ ਕਲਾਈਮੇਟ ਅਡੈਪਟੇਸ਼ਨ ਆ ਇਹਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਕੀਤਾ ਜਾਊਗਾ। ਜਿਹੜਾ ਫੈਕਲਟੀ ਆਫ ਇਨਵਾਇਰਨਮੈਂਟ ਹੈਗਾ ਆਪਣੇ ਯੂਨੀਵਰਸਿਟੀ ਆਫ ਵਾਟਰਲੂ ਦੇ ਵਿੱਚ, ਉਹਨਾਂ ਨੇ ਕਿ ਜਿਹੜੀ ਇਹ ਸਾਡੇ ਸ਼ਹਿਰ ਨੇ ਅਸਲ ਦੇ ਵਿੱਚ 10 ਤੋਂ 15 ਡਿਗਰੀ ਜ਼ਿਆਦਾ ਗਰਮ ਹੋਣਗੇ ਆਲੇ ਦੁਆਲੇ ਨਾਲੋਂ, ਕਿਉਂਕਿ ਆਰਟੀਫਿਸ਼ੀਅਲ ਸਰਫੇਸ ਹੀਟ ਅਪ ਹੋ ਰਹੇ ਆ ਅਤੇ ਬਾਅਦ ਦੇ ਵਿੱਚ ਇਹ ਹੀਟ ਨੂੰ ਦੁਬਾਰਾ ਫੇਰ ਧਰਤੀ ਦੇ ਵਿੱਚ ਸਿੱਟ ਰਹੇ ਆ। ਸੋ ਜਿਹੜਾ ਕਲਾਈਮੇਟ ਕ੍ਰਾਈਸਿਸ ਆ ਇਹਦਾ ਸਾਰਾ ਦੋਸ਼ ਮੰਨਿਆ ਜਾ ਰਿਹਾ ਅਤੇ ਐਕਸਪੈਕਟ ਇਹ ਕੀਤੀਆਂ ਜਾ ਰਹੀਆਂ ਕਿ ਜਿੱਦਾਂ 2 ਸਾਲ ਪਹਿਲਾਂ BC ਦੇ ਵਿੱਚ ਗਰਮੀ ਪਈ ਸੀ, 500-600 ਦੇ ਕਰੀਬ ਮੌਤ ਹੋ ਗਈ ਸੀ, ਇੱਦਾਂ ਦੀਆਂ ਹੀਟ ਵੇਵਸ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਆਉਣਗੀਆਂ। ਸਾਨੂੰ ਜ਼ਿਆਦਾ ਇਹਦੇ ਲਈ ਤਿਆਰ ਰਹਿਣਾ ਚਾਹੀਦਾ। 3 ਕੀ ਇੰਡੀਕੇਟਰ ਉਹਨੇ ਦੱਸਿਆ, 3 ਮੁੱਖ ਗੱਲਾਂ ਦੱਸੀਆਂ ਆ ਕਿ ਜਿਹੜੇ ਕਿੰਨੇ ਦਿਨ ਤੁਹਾਡੇ 30 ਡਿਗਰੀ ਤੋਂ ਉੱਤੇ ਹੁੰਦੇ ਆ। ਜਿੱਦਾਂ ਹੁਣ ਇਸ ਵੇਲੇ 25 ਡਿਗਰੀ ਦੇ ਨੇੜੇ ਤੇੜੇ ਆ, ਅਤੇ ਪਿਛਲੇ ਲੌਂਗ ਵੀਕਐਂਡ ਤੋਂ ਥੋੜ੍ਹਾ ਜਿਹਾ ਪਹਿਲਾਂ ਤਾਪਮਾਨ ਜਿਹੜਾ 30 ਡਿਗਰੀ ਪਲੱਸ ਹੋ ਗਿਆ ਸੀ। ਹੁਣ ਸਾਲ ਦੇ ਵਿੱਚ ਕਿੰਨੇ ਦਿਨ ਤੁਹਾਡੇ 30 ਡਿਗਰੀ ਸੈਂਟੀਗ੍ਰੇਡ ਤੋਂ ਉੱਤੇ ਰਹਿੰਦੇ ਆ, ਤੁਹਾਡਾ ਮੈਕਸੀਮਮ ਟੈਂਪਰੇਚਰ ਜਿਹੜਾ ਹੁੰਦਾ ਆ। ਦੂਜਾ, ਇਹ ਲੰਬੇ ਕਿੰਨੇ ਹੁੰਦੇ, ਲੈਂਥ ਆਫ ਜਿਹੜੀ ਇਹਦੀ ਹੀਟ ਵੇਵ ਆ ਉਹ ਕਿੰਨੀ ਆ। ਇਹ ਸਾਰੇ ਇੰਡੀਕੇਟਰ ਜਿਹੜੇ ਉਹ ਕਹਿੰਦੇ ਦੱਸਦੇ ਆ ਕਿ ਪੂਰੇ ਦੇਸ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋਣਾ, ਅਤੇ ਇਹ ਸਾਰੇ ਨੂੰ ਉਹਨਾਂ ਨੇ ਰੈੱਡ ਜ਼ੋਨ ਦੇ ਵਿੱਚ ਰੱਖ ਕੇ ਦੱਸ ਦਿੱਤਾ ਕਿ ਜਿੱਥੇ ਜਿਹੜੇ ਹੌਟ ਡੇਜ਼ ਨੇ 30 ਡਿਗਰੀ ਸੈਲਸੀਅਸ ਤੋਂ ਉੱਤੇ ਹੁੰਦੇ ਆ, ਜਾਂ ਉਹ 3 ਗੁਣਾ ਹੋ ਗਏ ਆ, ਜਾਂ 4 ਗੁਣਾ ਹੋ ਗਏ ਆ, ਜਾਂ ਕਈ ਵਾਰੀ 5 ਗੁਣਾ ਵੀ ਹੋ ਗਏ ਆ, ਅਤੇ 30 ਸਾਲਾਂ ਦੇ ਸਮੇਂ ਦੇ ਵਿੱਚ ਉਹ ਚੀਜ਼ ਦੱਸਦੀ ਆ ਕਿ ਇਹਦਾ ਅਸਰ ਕਿੰਨਾ ਖਤਰਨਾਕ ਪੈਣਾ ਹੈ। ਦੂਜਾ, ਜੇ ਉਹ ਕਹਿੰਦੇ ਤੁਸੀਂ ਈਵਨ ਜੇ ਤੁਸੀਂ ਜਿਹੜੀਆਂ ਗ੍ਰੀਨ ਹਾਊਸ ਗੈਸਿਸ ਆ ਇਹਨਾਂ ਨੂੰ ਰਿਡਿਊਸ ਵੀ ਕਰ ਦੋਗੇ
ਤਾਂ ਇਹ ਵੈਸੇ ਜਿਹੜੀ ਹੀਟ ਆ ਪਹਿਲਾਂ ਹੀ ਪੈਦਾ ਹੋ ਚੁੱਕੀ ਆ, ਅਸੀਂ ਵਾਪਸ ਨਹੀਂ ਜਾ ਸਕਦੇ ਨਾਰਮਲ ਕਲਾਈਮੇਟ ਕੰਡੀਸ਼ਨਸ ਦੇ ਵਿੱਚ। ਇਹਦੇ 'ਤੇ ਹੁਣ ਜਿੱਦਾਂ ਸਾਰੀਆਂ ਕਾਰਾਂ ਜਿਹੜੀਆਂ ਉਹ ਗੈਸ ਵਾਲੀਆਂ ਖਤਮ ਕਰਕੇ ਗੈਸੋਲੀਨ ਵਾਲੀਆਂ 'ਤੇ ਆ ਰਹੀਆਂ ਆ ਬਿਜਲੀ ਵਾਲੀਆਂ, ਇਹਦੇ ਨਾਲ ਵੀ ਕੋਈ ਉਹ ਅਸਰ ਨਹੀਂ ਪੈਣਾ ਜਿਹੜੀ ਚੀਜ਼ ਪਹਿਲਾਂ ਡੈਮੇਜ ਹੋ ਚੁੱਕੀ ਹੈ। ਇਹ ਜਿਹੜਾ ਇਫੈਕਟ ਆ ਜਿਹੜਾ ਇੱਕ ਵਾਰੀ ਹੋ ਗਿਆ, ਇਹ ਇਰਰਿਵਰਸੀਬਲ ਆ, ਦੁਬਾਰਾ ਠੀਕ ਨਹੀਂ ਹੋ ਸਕਦਾ। ਸੋ ਇਹ ਇੱਦਾਂ ਨਹੀਂ ਆ ਕਿ ਜਿਹੜੀਆਂ ਐਮਿਸ਼ਨ ਆ ਉਹਨੂੰ ਅੱਗੇ ਤੋਂ ਬਚਾਇਆ ਜਾ ਸਕਦਾ, ਪਰ ਇਹਦਾ ਹੁਣ ਅਸਰ ਬਹੁਤ ਪੈਣਾ ਹੈ। ਹੀਟ ਜਿਹੜੀ ਆ, ਗਰਮੀ ਜਿਹੜੀ ਆ, ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਮਤਲਬ ਇੱਕ ਕੰਸਰਨ ਆ ਜਿਹਦੇ ਨਾਲ ਲੋਕ ਸਾਹਮਣਾ ਕਰ ਰਹੇ ਆ। ਇਹਦੇ ਤੋਂ ਬਾਅਦ ਜਿਹੜੇ ਦੂਜੇ ਵੱਡੇ ਈਵੈਂਟ ਹੋਣੇ ਆ, ਗਰਮੀ ਤੇ ਪੈਣੀ ਆ ਸੋਕਾ, ਇਹ ਜ਼ਿਆਦਾ ਹੋਣਗੇ। ਦੂਜਾ ਅੱਗਾਂ ਜ਼ਿਆਦਾ ਲੱਗਣਗੀਆਂ ਜੰਗਲਾਂ ਨੂੰ। ਤੀਜਾ ਹੜ੍ਹ ਜ਼ਿਆਦਾ ਹੋਣਗੇ। ਇਹਨਾਂ ਸਾਰੀਆਂ ਚੀਜ਼ਾਂ ਦਾ ਸੰਬੰਧ ਹੀਟ ਦੇ ਨਾਲ ਆ, ਗਰਮੀ ਦੇ ਨਾਲ, ਤੇ ਗਰਮੀ ਦਾ ਸੰਬੰਧ ਗ੍ਰੀਨ ਹਾਊਸ ਦੇ ਨਾਲ ਆ, ਤੇ ਗ੍ਰੀਨ ਹਾਊਸ ਦਾ ਸੰਬੰਧ ਗ੍ਰੀਨ ਹਾਊਸ ਗੈਸਿਸ ਦੇ ਨਾਲ ਆ, ਜਿਹੜੀਆਂ ਕਿ ਪੋਲਿਊਸ਼ਨ ਕਰਦੀਆਂ ਕਾਰਾਂ ਦੇ ਵਿੱਚੋਂ, ਹੋਰ ਥਾਵਾਂ ਦੇ ਉੱਤੋਂ ਨਿਕਲਦੀਆਂ ਆ। ਇਸ ਪਾਸੇ ਨੂੰ ਅਗਲੇ 30 ਸਾਲਾਂ ਦੇ ਵਿੱਚ ਸਾਨੂੰ ਤਿਆਰ ਰਹਿਣਾ ਚਾਹੀਦਾ। ਜਿਹੜੇ ਲੋਕ ਕੈਨੇਡਾ ਦੇ ਇਸ ਹਿੱਸੇ ਦੇ ਵਿੱਚ ਇੱਥੇ ਰਹਿੰਦੇ ਆ, ਤੁਸੀਂ BC ਦੇ ਵਿੱਚ ਜਾਂ ਇੱਧਰ ਲੋਅਰ ਮੇਨਲੈਂਡ ਦੇ ਵਿੱਚ, ਉਹਨਾਂ ਨੇ ਪਿਛਲੇ 30 ਸਾਲਾਂ ਦੇ ਵਿੱਚ ਬਦਲਦਾ ਮੌਸਮ ਦੇਖਿਆ। ਕੋਈ ਵੇਲਾ ਸੀ ਜਦੋਂ 에ਅਰ ਕੰਡੀਸ਼ਨ ਹੁੰਦਾ ਨਹੀਂ ਸੀ ਇੱਥੇ, ਹੁਣ 에ਅਰ ਕੰਡੀਸ਼ਨ ਵਿਰਲੇ ਟਾਵੇਂ ਆਉਣ ਲੱਗ ਪਏ, ਤੇ ਹੁਣ ਆਉਣ ਵਾਲੇ ਹਾਲਤ ਇਹ ਹੋ ਜਾਣੀ ਹੈ ਕਿ ਜਿਹੜੇ ਬਿਲਡਿੰਗ ਕੋਡਸ ਨੇ ਉਹਨਾਂ ਦੇ ਵਿੱਚ AC ਜ਼ਰੂਰੀ ਹੋ ਜਾਣੇ ਜਿੰਨੀ ਇੱਥੇ ਗਰਮੀ ਪੈਂਦੀ ਆ। ਸਕੂਲਾਂ ਦੇ ਵਿੱਚ 에ਅਰ ਕੰਡੀਸ਼ਨ ਹੈ ਨਹੀਂ, ਉੱਥੇ 에ਅਰ ਕੰਡੀਸ਼ਨ ਲਾਉਣੇ ਪੈਣਗੇ। ਜਿਹੜੇ ਬਾਹਰ ਕਈ ਵਾਰੀ ਗਰਮੀ ਘੱਟ ਆ, ਸਕੂਲਾਂ ਦੇ ਕਮਰਿਆਂ ਦੇ ਵਿੱਚ ਖਾਸ ਕਰ ਜਿਹੜੇ ਪੋਰਟੇਬਲਸ ਨੇ 35-35 ਡਿਗਰੀ ਤੱਕ ਤਾਪਮਾਨ ਪਹੁੰਚ ਰਿਹਾ ਆ। ਸੋ ਇਹਨਾਂ ਸਾਰੇ ਇਸ਼ੂਜ਼ ਦੇ ਨਾਲ ਲੜਨ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਤਿਆਰ ਰਹਿਣਾ ਚਾਹੀਦਾ, ਕਿਉਂਕਿ ਆਉਣ ਵਾਲਾ ਸਮੇਂ ਦੇ ਵਿੱਚ ਮੌਸਮ ਜਿਹੜਾ ਹੈ ਕਈ ਕਰਵਟਾਂ ਲੈ ਰਿਹਾ ਹੈ। ਇੱਕ ਵਿਅਕਤੀ ਨੂੰ 48 ਸਾਲਾਂ ਬਾਅਦ ਦੋਸ਼ੀ ਕਰਾਰ ਦਿੱਤਾ ਗਿਆ। ਅਦਾਲਤ ਨੇ ਹੌਲੀ-ਹੌਲੀ ਲੱਭ ਰਿਹਾ ਕਿ 1975 ਦੇ ਵਿੱਚ ਇੱਕ ਕਤਲ ਹੋਇਆ ਸੀ ਕੁੜੀ ਦਾ। ਇਹ ਕਿਹਨੇ ਕੀਤਾ ਸੀ? ਮੌਂਟਰੀਅਲ ਦੀ ਇੱਕ ਟੀਨਏਜਰ ਸੀਗੀ, ਉਹਨੂੰ ਬਲਾਤਕਾਰ ਕੀਤਾ ਗਿਆ ਸੀ ਤੇ ਉਹਦਾ ਕਤਲ ਕੀਤਾ ਗਿਆ ਸੀ। ਤੇ ਜਿਹਨੇ ਕਤਲ ਕੀਤਾ ਸੀ ਫਰੈਂਕਲਿਨ ਰੋਮਨੀ, ਇਹ ਅਮਰੀਕਾ ਦੇ ਵਿੱਚ ਵੈਸਟ ਵਰਜੀਨੀਆ ਦਾ ਰਹਿਣ ਵਾਲਾ ਸੀ। ਕੱਲ੍ਹ ਮੰਗਲਵਾਰ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇੱਕ ਕੋਲਡ ਕੇਸ ਜਿਹੜੇ ਡਿਟੈਕਟਿਵ ਸੀਗੇ ਉਹਨਾਂ ਨੂੰ ਲਗਭਗ 48 ਸਾਲ ਕਨਫਿਊਜ਼ ਕਰੀ ਰੱਖਿਆ, ਉਹ ਹੌਲੀ-ਹੌਲੀ ਹੁਣ ਸੋਲਵ ਹੋ ਗਿਆ ਤੇ ਮਾਮਲਾ DNA ਟੈਸਟਿੰਗ ਟੈਕਨੀਕ ਦੇ ਨਾਲ ਸਾਹਮਣੇ ਆਇਆ। ਜਿਹੜੀ ਹੁਣ ਮਤਲਬ ਕੁੜੀ ਨੂੰ ਮਾਰ ਦਿੱਤਾ ਸੀ ਉਹਨੇ, ਇਸ ਵਿਅਕਤੀ ਦੀ ਵੀ ਮੌਤ ਹੋ ਗਈ ਸੀ, ਤੇ ਪਰ ਹੁਣ ਵੀ ਇਹਨਾਂ ਨੇ ਆਖਰਕਾਰ ਉਹ DNA ਤੋਂ ਲੈ ਕੇ ਉਹਦੀ ਸ਼ਰਟ ਦੇ DNA, ਉਹਦੇ ਤੋਂ ਲੈ ਕੇ ਮੁੜ ਕੇ ਜਿੱਥੇ ਉਹਨੂੰ ਦਬਾਇਆ ਗਿਆ ਸੀ ਉਹ ਕਵਰ ਨੂੰ ਪੱਟ ਕੇ ਉਹਦੇ ਵਿੱਚੋਂ ਉਹਦਾ DNA ਕੱਢ ਕੇ ਉਹਨੂੰ ਮਤਲਬ DNA ਦਾ ਸੈਂਪਲ ਲੈ ਕੇ ਤਾਂ ਟੈਸਟ ਕਰਕੇ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਕਿ ਇਸ ਬੰਦੇ ਨੇ ਇਹਨੂੰ ਕੁੜੀ ਨੂੰ ਰੇਪ ਕੀਤਾ ਸੀ ਤੇ ਇਹਨੂੰ ਮਾਰਿਆ ਸੀ। ਹੁਣ ਉਹ ਕੁੜੀ ਤੇ ਉਦੋਂ ਹੀ ਜਿਹੜੀ ਮਤਲਬ ਦਰਦਨਾਕ ਮੌਤ ਉਹਦੀ ਹੋ ਗਈ ਸੀ। ਇਹਦੇ ਨਾਲ ਫਰਕ ਉਹ ਤੇ ਵਾਪਸ ਨਹੀਂ ਆਉਣੀ, ਪਰ ਉਹਦੇ ਪਰਿਵਾਰ ਕਹਿੰਦੇ ਆ ਵੀ ਸਾਨੂੰ ਲੱਗਦਾ ਵੀ ਹੁਣ ਉਹਦੀ ਆਤਮਾ ਨੂੰ ਸ਼ਾਂਤੀ ਮਿਲੀ ਹੋਊਗੀ, ਕਿਉਂਕਿ ਇਨਸਾਫ ਹੋਇਆ ਆ। ਜਿੱਦਾਂ ਕਿ ਪਹਿਲਾਂ ਦੱਸਿਆ, ਉਹ ਵਿਅਕਤੀ ਜਿਹਨੇ ਇਹ ਕੰਮ ਕੀਤਾ ਸੀ ਉਹਦੀ ਵੀ ਮੌਤ ਹੋ ਚੁੱਕੀ ਸੀ। 48 ਸਾਲ ਦਾ ਸਮਾਂ ਬਹੁਤ ਲੰਬਾ ਸਮਾਂ ਆ, ਪਰ ਇੱਥੇ ਇਹ ਵੀ ਆ ਕਿ ਇਨਸਾਫ ਦੇ ਲਈ ਜਿਹੜੀ ਛੋਟੀ ਤੋਂ ਛੋਟੀ ਚੀਜ਼ ਇਹਨਾਂ ਦੇ ਲਈ ਮਾਇਨੇ ਰੱਖਦੀ ਆ, ਇਹ ਸਿਸਟਮ ਉਹਨੂੰ ਛੱਡਦਾ ਨਹੀਂ। ਉਸ ਵੇਲੇ 48 ਸਾਲ ਪਹਿਲਾਂ DNA ਟੈਕਨੀਕ ਹੈ ਹੀ ਨਹੀਂ ਸੀ, ਪਰ ਇਹਨਾਂ ਨੇ ਉਹਨਾਂ ਸਬੂਤਾਂ ਨੂੰ ਇੰਨੇ ਬਿਨ ਸਾਂਭ ਕੇ ਰੱਖ ਲਿਆ ਵੀ ਹੋ ਸਕਦਾ ਸਾਡੇ ਕੋਲ ਇੱਕ ਦਿਨ ਇਸ ਤਰੀਕੇ ਦਾ ਕੋਈ ਪ੍ਰਬੰਧ ਹੋ ਜਾਵੇ ਕਿ ਅਸੀਂ ਇਹਨੂੰ ਦੇਖ ਸਕੀਏ ਵੀ ਇਹ DNA ਕਿਹਦਾ ਹੈ। ਤੇ ਉਹੀ ਗੱਲ ਹੋਈ ਇੰਨੇ ਸਾਲਾਂ ਬਾਅਦ। ਹੁਣ ਜਦੋਂ ਉਹ DNA ਟੈਸਟਿੰਗ ਟੈਕਨੀਕਸ ਕਾਫੀ ਜ਼ਿਆਦਾ ਡਿਵੈਲਪ ਹੋ ਗਈਆਂ ਤਾਂ ਇਹਨਾਂ ਨੇ ਇਹਨੂੰ ਜਿਹੜਾ ਇੱਥੇ ਤੱਕ ਲੈ ਆਂਦਾ ਆ ਤੇ ਉਹਦੇ ਨਾਲ ਉਹਨਾਂ ਨੇ ਪਛਾਣ ਕਰ ਲਿਆ। ਇਹਦੀ ਉਹ ਜਿਹੜੀ ਕੁੜੀ ਸੀਗੀ ਉਹ ਗਵਾਚ ਗਈ ਸੀ। ਉਹਦੇ ਤੋਂ ਬਾਅਦ 3 ਦਿਨਾਂ ਬਾਅਦ ਉਹਦੀ ਉੱਥੇ ਇੱਕ ਬੋਡੀ ਮਿਲੀ ਸੀ ਮੌਂਟਰੀਅਲ ਦੇ ਸਾਊਥ ਸ਼ੋਰ ਦੇ ਉੱਤੋਂ। ਇਹ ਜਿਹੜਾ ਵਿਅਕਤੀ ਸੀਗਾ ਰੋਮਨੀ ਦੱਸਿਆ ਜਾ ਰਿਹਾ, ਮੌਂਟਰੀਅਲ ਦੇ ਵਿੱਚ ਰਹਿੰਦਾ ਸੀ ਉਸ ਵੇਲੇ। ਇਹਦਾ ਆਪਣਾ ਪਹਿਲਾਂ ਵੀ ਕ੍ਰਿਮੀਨਲ ਰੈਕਡ ਸੀਗਾ, ਕਈ ਇਹਦੇ ਐਨਕਾਊਂਟਰ ਸੀਗੇ ਲਾ ਇਨਫੋਰਸਮੈਂਟਸ ਦੇ ਨਾਲ ਮੌਂਟਰੀਅਲ ਦੇ ਵਿੱਚ, ਵੈਸਟ ਵਰਜੀਨੀਆ ਦੇ ਵਿੱਚ, ਜਿਹਦੇ ਵਿੱਚ ਇੱਕ ਰੇਪ ਦੀ ਕਨਵਿਕਸ਼ਨ ਵੀ ਇਹਦੇ ਉੱਤੇ ਦੱਸੀ ਗਈ ਆ ਤੇ ਇਹਨੂੰ ਸ਼ੁਰੂ ਦੇ ਵਿੱਚ ਮੰਨਿਆ ਗਿਆ ਸੀ, ਪਰ ਇਹਦਾ ਕੋਈ ਵੀ ਅਜੇ ਤੱਕ ਕਨਫਰਮੇਸ਼ਨ ਨਹੀਂ ਸੀ ਆ ਰਹੀ। ਇਹਦੀ 1982 ਦੇ ਵਿੱਚ ਇਸ ਵਿਅਕਤੀ ਦੀ ਮੌਤ ਹੋ ਗਈ ਸੀ ਜਦੋਂ ਇਹ 36 ਸਾਲਾਂ ਦਾ ਸੀ। 1982 ਦੇ ਵਿੱਚ ਇਹਦੀ ਮੌਤ ਹੋਈ ਸੀ ਤੇ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ 48 ਸਾਲ ਪਹਿਲਾਂ 1975 ਦੇ ਵਿੱਚ ਇਹਨੇ ਇਹ ਕਤਲ ਕੀਤਾ ਸੀ, ਪਰ ਉਦੋਂ ਇਹ ਦੋਸ਼ ਸੀਗੇ ਪਰ ਇਹ ਸਿੱਧ ਨਹੀਂ ਸੀ ਹੋ ਸਕਿਆ ਵੀ ਕਤਲ ਇਹਨੇ ਕੀਤਾ ਆ। ਇਹਦੀ ਜਿਹੜੀ ਡਿਸਕ੍ਰਿਪਸ਼ਨ ਆ ਉਸ ਡਿਸਕ੍ਰਿਪਸ਼ਨ ਦੇ ਨਾਲ ਮੈਚ ਕਰਦੀ ਆ ਜਿਹੜੀ ਦੱਸੀ ਗਈ ਸੀ ਸਸਪੈਕਟ ਦੀ, ਤੇ ਉਹਦੀ
ਜਿਹੜਾ DNA ਐਵੀਡੈਂਸ ਸੀਗਾ ਇਸ ਬੰਦੇ ਦੀ ਉਸ ਸ਼ਰਟ ਦੇ ਉੱਤੋਂ ਮਿਲਿਆ ਸੀ ਜਿਹੜੀ ਰਿਸਟ੍ਰੇਨ ਕਰਨ ਦੇ ਲਈ ਵਰਤੀ ਗਈ ਸੀ, ਤੇ ਇਸ ਚੀਜ਼ ਨੇ ਕਨਫਰਮ ਕਰ ਦਿੱਤਾ ਕਿ ਕਾਤਲ ਇਹੀ ਵਿਅਕਤੀ ਸੀ। 1975 ਦੇ ਵਿੱਚ ਜਿਹੜੀ DNA ਇਕੱਠਾ ਕੀਤਾ ਗਿਆ ਸੀ ਉਸ ਵੇਲੇ ਸੀਨ ਤੋਂ, ਉਹ ਸਫੀਸ਼ੀਐਂਟ ਨਹੀਂ ਸੀ ਜਿਹਨੂੰ ਟੈਸਟ ਕੀਤਾ ਜਾ ਸਕੇ ਤੇ ਕੋਰਟ ਦੇ ਵਿੱਚ ਇੱਕ ਸਬੂਤ ਵਜੋਂ ਪੇਸ਼ ਕੀਤਾ ਜਾ ਸਕੇ, ਤੇ ਇਸੇ ਆਸ ਦੇ ਵਿੱਚ ਉਹ ਸਾਰਾ ਕੁਝ ਸਾਂਭ ਕੇ ਰੱਖ ਲਿਆ ਸੀ ਕਿ ਆਉਣ ਵਾਲਾ ਸਮੇਂ ਦੇ ਵਿੱਚ ਜਦੋਂ ਇੱਦਾਂ ਹੋਊਗਾ ਤਾਂ ਉਦੋਂ ਇਹਨੂੰ ਪਤਾ ਕਰ ਲਿਆ ਜਾਊਗਾ। ਤੇ ਉਹੀ ਗੱਲਬਾਤ ਹੋਈ। ਜਿਹੜਾ ਸੈਂਪਲ ਸੀ ਉਹਨੂੰ ਲੈਬੋਰਟਰੀ ਦੇ ਵਿੱਚ ਵੈਸਟ ਵਰਜੀਨੀਆ ਦੇ ਵਿੱਚ ਭੇਜਿਆ ਗਿਆ ਸੀ 2019 ਦੇ ਵਿੱਚ। ਫਿਰ ਇਹਨੂੰ ਮੈਚ ਕੀਤਾ ਗਿਆ, ਉਹਦੇ ਜਿਹੜੇ ਰਿਸ਼ਤੇਦਾਰ ਸੀਗੇ ਉੱਥੋਂ ਡਾਟਾ ਲੈ ਕੇ, ਤੇ ਜਿਹੜੀ ਉਹਨਾਂ ਦੀ ਦੂਜੇ ਤਰੀਕੇ ਦੇ ਨਾਲ ਜਦੋਂ ਪੁਲਿਸ ਨੇ DNA ਮੈਚ ਕਰ ਲਿਆ ਕ੍ਰਾਈਮ ਸੀਨ ਦੇ ਉੱਤੇ, ਪਰਿਵਾਰ ਦੇ ਨਾਲ ਉੱਥੇ ਜਾ ਕੇ ਵੈਸਟ ਵਰਜੀਨੀਆ ਦੇ ਵਿੱਚ ਉਹ ਉਹਨਾਂ ਦੇ ਬ੍ਰਦਰ ਨੂੰ ਮਿਲੇ, ਉੱਥੋਂ DNA ਲਿਆ ਗਿਆ। ਫਿਰ ਉਹਦੇ ਤੋਂ ਬਾਅਦ ਇਹਨਾਂ ਨੇ ਜਿਹੜਾ ਦੇਖਿਆ ਉਹਦੀ ਜੈਨੇਟਿਕ ਮਟੀਰੀਅਲ ਨੂੰ ਉਹਦੀ ਕ੍ਰਾਈਮ ਸੀਨ ਤੋਂ ਇਕੱਠਾ ਕੀਤਾ ਸੀ। ਫਿਰ ਉਹਦੀ ਕਬਰ ਨੂੰ ਜਿਹੜਾ ਪੱਟ ਕੇ ਉਹਦੇ ਵਿੱਚੋਂ ਉਹਦੇ ਨਾਲ ਉਹਨੂੰ ਮੈਚ ਕਰਕੇ ਤੇ ਅਲਟੀਮੇਟਲੀ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਕਿ ਇਸ ਵਿਅਕਤੀ ਨੇ ਇਹ ਜਿਹੜਾ ਰੇਪ ਕੀਤਾ ਸੀ ਤੇ ਇਹ ਕਤਲ ਕੀਤਾ ਸੀ। ਇੱਥੇ ਇਹ ਵੀ ਦੱਸਣ ਵਾਲੀ ਗੱਲ ਆ ਕਿ ਉਹ ਜਿਹੜੀ ਵਿਕਟਮ ਸੀਗੀ ਸ਼ੈਰਨ, ਜਿਹਨੂੰ ਬਲਾਤਕਾਰ ਕੀਤਾ ਤੇ ਉਹਨੂੰ ਮਾਰ ਦਿੱਤਾ ਗਿਆ ਸੀ, ਉਹਦੇ ਪਰਿਵਾਰ ਨੇ ਕਦੇ ਵੀ ਇਸ ਕੇਸ ਨੂੰ ਛੱਡਿਆ ਨਹੀਂ। ਇਨਸਾਫ ਲੈਣ ਦੇ ਲਈ ਉਹ ਹੁਣ ਤੱਕ ਲੜਦੇ ਰਹੇ ਆ। ਤੇ ਉਹਦੀਆਂ ਦੋ ਜਿਹੜੀਆਂ ਛੋਟੀਆਂ ਭੈਣਾਂ ਨੇ, ਡੋਰੀਨ ਤੇ ਮੌਰੀਨ, ਉਹਨਾਂ ਨੇ ਹੁਣ ਇਹ ਬਿਆਨ ਦਿੱਤਾ ਵੀ ਘੱਟੋ ਘੱਟ ਸਾਨੂੰ ਲੱਗਦਾ ਕਿ ਸਾਡੀ ਭੈਣ ਦੀ ਆਤਮਾ ਨੂੰ ਹੁਣ ਸ਼ਾਂਤੀ ਜ਼ਰੂਰ ਮਿਲੂਗੀ ਕਿਉਂਕਿ ਉਹਦੇ ਨਾਲ ਇਨਸਾਫ ਹੋਇਆ। ਇਹ ਦਿਲ ਦਹਿਲਾ ਦੇਣ ਵਾਲੀ ਉਸ ਵੇਲੇ ਦੀ ਘਟਨਾ ਨੂੰ ਉਹਦੀ ਜਿਹੜਾ ਕਥਿਤ ਕਾਤਲ ਉਸ ਵੇਲੇ ਸੀਗਾ ਤੇ ਹੁਣ ਕਾਤਲ ਸਿੱਧ ਹੋ ਚੁੱਕਿਆ, ਉਹਦੀ ਮੌਤ ਤੋਂ ਬਾਅਦ ਵੀ 1982 ਦੇ ਵਿੱਚ ਉਹਦੀ ਮੌਤ ਹੁੰਦੀ ਹੈ ਤੇ ਹੁਣ ਜਾ ਕੇ 2024 ਦੇ ਵਿੱਚ ਇਹਨਾਂ ਨੇ ਇਹ ਕਹਿ ਦਿੱਤਾ ਕਿ ਇਹ ਬੰਦਾ ਅਸਲ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਦੋਸ਼ੀ ਸੀ। ਇੱਕ ਅਗਲੀ ਗੱਲਬਾਤ ਜਿਹੜੀ ਇੰਡੀਜੀਨੀਅਸ ਲੋਕ ਨੇ, ਜਿਹੜੇ ਮੂਲ ਨਿਵਾਸੀ ਲੋਕ ਨੇ, ਉਹਨਾਂ ਦੀ ਮੌਤਾਂ ਦੇ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ ਕਿ ਪੁਲਿਸ ਕਸਟਡੀ ਦੇ ਵਿੱਚ ਕਿੰਨੀਆਂ ਮੌਤਾਂ ਹੁੰਦੀਆਂ। ਕਈ ਵਾਰੀ ਦੁਰਘਟਨਾਵਾਂ ਹੋ ਜਾਂਦੀਆਂ, ਕਈ ਕੁਛ ਹੁੰਦਾ, ਪੁਲਿਸ ਕਸਟਡੀ ਦੇ ਵਿੱਚ ਮੌਤਾਂ ਹੋ ਜਾਂਦੀਆਂ। ਹੁਣ ਇਹ ਆ ਕਿ ਜਿਹੜੇ ਫਸਟ ਨੇਸ਼ਨ ਵਾਲੇ ਇਹਨਾਂ ਦੀਆਂ ਮੌਤਾਂ ਜ਼ਿਆਦਾ ਕਿਉਂ ਹੁੰਦੀਆਂ, ਦੂਜੇ ਲੋਕਾਂ ਦੀਆਂ ਮੌਤਾਂ ਘੱਟ ਕਿਉਂ ਹੁੰਦੀਆਂ। ਜਦੋਂ ਇਹਦਾ ਪ੍ਰਪੋਰਸ਼ਨ ਦੇਖਿਆ ਜਾ ਰਿਹਾ ਕਿ ਅਸਲ ਦੇ ਵਿੱਚ ਉਹਨਾਂ ਦੀ ਪਾਪੂਲੇਸ਼ਨ ਕਿੰਨੀ ਆ ਤੇ ਕਸਟਡੀ ਦੇ ਵਿੱਚ ਉਹਨਾਂ ਦੀਆਂ ਮੌਤਾਂ ਇੰਨੀਆਂ ਕਿਉਂ ਹੁੰਦੀਆਂ, 2013 ਤੋਂ ਲੈ ਕੇ 2017 ਤੱਕ ਦੇ ਅੰਕੜੇ ਦੇਖਦੇ ਆ, ਕੋਰਨਰ ਸਰਵਿਸਿਜ਼ ਦੇ ਅੰਕੜੇ ਇਹ ਦੱਸਦੇ ਆ ਕਿ 20% ਲੋਕ ਪੁਲਿਸ ਦੀ ਕਸਟਡੀ ਦੇ ਵਿੱਚ ਜਿਹੜੇ ਮਰਦੇ ਇੰਡੀਜੀਨੀਅਸ ਹੁੰਦੇ ਆ, ਜਾਂ ਇੱਦਾਂ ਕਹਿ ਲਓ ਕਿ ਜਿਹੜੀਆਂ 20% ਮੌਤਾਂ ਇੰਡੀਜੀਨੀਅਸ ਲੋਕਾਂ ਦੀਆਂ ਪੁਲਿਸ ਕਸਟਡੀ ਦੇ ਵਿੱਚ ਹੋ ਜਾਂਦੀਆਂ, ਜਦੋਂ ਕਿ ਇੰਡੀਜੀਨੀਅਸ ਲੋਕ ਕੈਨੇਡਾ ਦੇ ਵਿੱਚ 6% ਨੇ। ਹੁਣ 6% ਲੋਕਾਂ ਦੀਆਂ 20% ਮੌਤਾਂ ਦਾ ਮਤਲਬ ਇਹ ਹੈ ਕਿ ਪ੍ਰਪੋਰਸ਼ਨ ਕਿਤੇ ਨਾ ਕਿਤੇ ਗੜਬੜ ਆ। ਉਹਨੂੰ ਠੀਕ ਕਰਨ ਦੇ ਲਈ ਜਿਹੜੀ ਆਰਗੇਨਾਈਜੇਸ਼ਨ ਇਹਨਾਂ ਦੇ ਇਨਵੈਸਟੀਗੇਸ਼ਨ ਇਹਨਾਂ ਨੇ ਕੀਤੀ ਆ ਕਿ ਜਿੱਥੇ ਪੁਲਿਸ ਇਨਵੋਲਵ ਹੁੰਦੀ ਆ, ਜਿਹੜੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫੀਸਰਸ ਆ, ਉਹ ਕਹਿੰਦੇ ਇਹਦੇ ਵਿੱਚੋਂ ਹੁਣ ਕਾਰਨ ਲੱਭੇ ਜਾ ਰਿਹਾ ਵੀ ਕਿਤੇ ਇੱਦਾਂ ਤਾਂ ਨਹੀਂ ਨਾਲ ਧੱਕਾ ਹੋ ਰਿਹਾ ਕਿ ਅਸੀਂ ਜਿਹੜਾ ਟਰੁੱਥ ਐਂਡ ਰੀਕਨਸੀਲੀਏਸ਼ਨ ਡੇ, ਔਰੇਂਜ ਸ਼ਰਟ ਡੇ, ਤਾਂ ਹੋਰ ਕਿੰਨੇ ਦਿਨ ਮਨਾ ਕੇ ਜਾਂ ਇਹਨਾਂ ਦੀਆਂ ਗੱਲਾਂ ਬਾਤਾਂ ਕਰਕੇ ਕੋਈ ਵੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਦੀ ਧਰਤੀ ਤੇ ਇਹਨਾਂ ਦੀ ਦੇਣ ਦਾ ਨਾਂ ਲੈ ਕੇ ਤੇ ਉਹ ਸਾਰਾ ਕੁਝ ਰੈਕੋਗਨਾਈਜ਼ ਕਰੀ ਜਾਂਦੇ ਆ, ਪਰ ਜ਼ੁਲਮ ਇਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਅੱਜ ਵੀ ਉਸੇ ਤਰੀਕੇ ਦੇ ਨਾਲ ਹੋ ਰਿਹਾ। ਹੁਣ ਜਿਹੜਾ ਇੰਡੀਜੀਨਸ ਕਮਿਊਨਿਟੀ ਇਸ ਇਸ਼ੂ ਦੇ ਨਾਲ ਡੀਲ ਕਰ ਰਹੀ ਆ, ਪੁਲਿਸ ਇਨਵੈਸਟੀਗੇਸ਼ਨ ਜਾਂ ਜਿਹੜੇ ਲੋਕ ਗਵਾਚ ਜਾਂਦੇ ਆ ਉਹਨਾਂ ਦਾ ਇਹਦੇ ਵਿੱਚ ਕੀ ਰੋਲ ਹੁੰਦਾ ਆ ਤੇ ਕਿਉਂ ਇਹਨਾਂ ਦੇ ਨਾਲ ਇਹ ਧੱਕਾ ਹੋ ਰਿਹਾ, ਜਾਂ ਇਹ ਕਿਹੜੇ ਕਾਰਨ ਨੇ ਜਿਹੜੇ ਅਲਟੀਮੇਟਲੀ ਇਸ ਗੱਲ ਦੇ ਉੱਤੇ ਜਿਹੜੇ ਆਉਂਦੇ ਆ ਕਿ ਇਹਨਾਂ ਲੋਕਾਂ ਦੀਆਂ, ਮੂਲ ਨਿਵਾਸੀ ਲੋਕਾਂ ਦੀਆਂ, ਫਸਟ ਨੇਸ਼ਨ ਲੋਕਾਂ ਦੀਆਂ ਇੱਥੇ ਮੌਤਾਂ ਪੁਲਿਸ ਦੀ ਕਸਟਡੀ ਦੇ ਵਿੱਚ ਜ਼ਿਆਦਾ ਕਿਉਂ ਹੋ ਰਹੀਆਂ, ਔਰ ਕੀ ਇਹਨੂੰ ਪਿਛਲੇ ਸਮੇਂ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ। ਪੁਲਿਸ ਦੇ ਜਿਹੜੇ ਡਿਪਾਰਟਮੈਂਟ ਆ ਜਾਂ ਗਵਰਨਮੈਂਟ ਦੀਆਂ ਏਜੰਸੀਜ਼ ਨੇ ਜਾਂ ਜਿਹੜੇ ਕੋਰਨਰ ਸਰਵਿਸ ਵਾਲੇ ਆ, ਉਹਨਾਂ ਨੂੰ ਘੱਟੋ ਘੱਟ ਇਹਦੀ ਇਨਫੋਰਮੇਸ਼ਨ ਜਿਹੜੀ ਆ ਉਹ ਪਤਾ ਹੋਣੀ ਚਾਹੀਦੀ ਹੈ ਤੇ ਇਹਦੇ ਕਾਰਨ ਹੁਣ ਲੱਭੇ ਜਾ ਰਹੇ ਆ ਕਿ ਇਹਨਾਂ ਮੌਤਾਂ ਦੇ ਪਿੱਛੇ ਕੀ ਕਾਰਨ। ਅਗਲੀ ਗੱਲਬਾਤ ontario ਤੋਂ ਆ। ontario ਦੀਆਂ ਟੀਚਰ ਯੂਨੀਅਨ ਆ, ਉੱਥੋਂ ਦੇ ਫੂਡ ਬੈਂਕਾਂ ਵਾਲੇ ਇਹ ਕਹਿ ਰਹੇ ਆ ਕਿ ontario ਸਰਕਾਰ ਨੂੰ ਕੋਈ ਇੱਦਾਂ ਦਾ ਪ੍ਰੋਗਰਾਮ ਸ਼ੁਰੂ ਕਰਨਾ ਜਾਣਾ ਚਾਹੀਦਾ ਕਿ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਪੜ੍ਹਨ ਆਉਂਦੇ ਆ ਉਹਨਾਂ ਨੂੰ ਉੱਥੇ ਹੀ ਦੁਪਹਿਰ ਦਾ ਖਾਣਾ ਦਿੱਤਾ ਜਾਵੇ ਤੇ ਉਹਨਾਂ ਨੂੰ ਬ੍ਰੇਕਫਾਸਟ ਦਿੱਤਾ ਜਾਵੇ। ਆਮ ਤੌਰ ਦੇ ਉੱਤੇ ਗੱਲ ਇੰਨੀ ਸਧਾਰਨ ਨਹੀਂ, ਜਾਂ ਇਹਨੂੰ ਬੜਾ ਹੋਰ ਤਰ੍ਹਾਂ ਮੰਨਿਆ ਜਾਂਦਾ ਵੀ ਕੈਨੇਡਾ ਦੇ ਵਿੱਚ ਵੀ ਕੀ ਸਕੂਲਾਂ ਦੇ ਵਿੱਚ ਨਿਆਣੇ ਭੁੱਖੇ ਆਉਂਦੇ ਆ ਜਾਂ ਲੋਕਾਂ ਦੇ ਕੋਲ ਖਾਣ ਨੂੰ ਰੋਟੀ ਵੀ ਨਹੀਂ ਹੈ ਇੱਥੇ। ਇਹ ਗੱਲ ਕਿਸੇ ਨਾ ਕਿਸੇ ਤਰੀਕੇ ਨਾਲ ਸੱਚ ਆ। ਕਾਰਨ ਕੋਈ ਵੀ ਹੋ ਸਕਦਾ, ਜੇ ਘਰਾਂ ਦੇ ਵਿੱਚ ਰੋਟੀ ਮਿਲਦੀ ਹੋਵੇ ਤੇ ਫੂਡ ਬੈਂਕਾਂ ਕਿਉਂ ਹੋਣ ਇੱਥੇ। ਰੋਟੀ ਦਾ ਮਤਲਬ ਜਿਹੜਾ ਵੀ ਖਾਣਾ ਉਹ ਖਾਂਦੇ ਆ, ਸਟੇਪਲ ਫੂਡ ਜਿਹੜਾ ਵੀ ਆ, ਜੇ ਲੋਕਾਂ ਨੂੰ ਖਾਣਾ ਮਿਲਦਾ ਹੋਵੇ ਤੇ ਫਿਰ ਇੰਨੀਆਂ ਫੂਡ ਬੈਂਕਾਂ ਕ੍ਰਾਈਸਿਸ ਦੇ ਵਿੱਚ ਕਿਉਂ ਹੋਣ। ਹੁਣ ਟੀਚਰ ਯੂਨੀਅਨ ਵੀ ਕਹਿ ਰਹੀ ਆ, ਜਿਹੜੇ ਫੂਡ ਬੈਂਕ ਵਾਲੇ ਵੀ ਕਹਿ ਰਹੇ ਆ
ਵੀ ਸਰਕਾਰ ਨੂੰ ontario ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਬ੍ਰੇਕਫਾਸਟ ਤੇ ਲੰਚ ਸਕੂਲ ਦੇ ਵਿੱਚੋਂ ਦੇਣਾ ਸ਼ੁਰੂ ਕਰ ਦਿਓ। ਐਜੂਕੇਸ਼ਨ ਮਿਨਿਸਟਰ ਸਟੀਫਨ ਲੈਚੇ ਤੇ ਚਿਲਡਰਨ ਮਿਨਿਸਟਰ ਮਾਈਕਲ ਪਾਰਸਾ ਇਹਨਾਂ ਦੋਵਾਂ ਨੂੰ ਇੱਕ ਚਿੱਠੀ ਲਿਖੀ ਆ। 14 ਆਰਗੇਨਾਈਜੇਸ਼ਨ ਨੇ, ਇਹਨਾਂ 14 ਆਰਗੇਨਾਈਜੇਸ਼ਨ ਨੇ ਇਕੱਠੇ ਹੋ ਕੇ ਕਿਹਾ ਵੀ ਬੱਚਿਆਂ ਨੂੰ ਰਾਜਵੀਂ ਰੋਟੀ ਨਹੀਂ ਮਿਲਦੀ, ਰਾਜਮਾ ਖਾਣਾ ਨਹੀਂ ਮਿਲ ਰਿਹਾ। ਇਸ ਕਰਕੇ ਜਿਹੜੀ ਉਹਨਾਂ ਦੇ ਡਾਈਟ ਦੀਆਂ ਜ਼ਰੂਰੀ ਚੀਜ਼ਾਂ ਆ ਜਿਹੜੀਆਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਜਾਂ ਸਹੀ ਖਾਣਾ ਜਿਹੜਾ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ। ਇਸ ਕਰਕੇ ਉਹ ਡਿਪੈਂਡ ਕਰ ਰਿਹਾ ਫੂਡ ਬੈਂਕਾਂ ਦੇ ਉੱਤੇ। ਹੁਣ ਜੇ ਫੂਡ ਬੈਂਕਾਂ ਦੇ ਉੱਤੇ ਡਿਪੈਂਡ ਕਰ ਰਿਹਾ ਤਾਂ ਫਿਰ ਇਹਦਾ ਮਤਲਬ ਆ ਕਿ ਉਹਨਾਂ ਦੀਆਂ ਵੈਸੇ ਉਹਨਾਂ ਨੂੰ ਜਿਹੜਾ ਖਾਣੇ ਦੀ ਸਮੱਸਿਆ ਆ ਰਹੀ ਹੈ। ਟੋਰਾਂਟੋ ਦੇ ਵਿੱਚ ਜਿਹੜੀਆਂ ਫੂਡ ਬੈਂਕਸ ਆ ਜਾਂ ਕੈਨੇਡਾ ਦੇ ਵਿੱਚ ਜਾਂ ਸੂਬੇ ਦੀਆਂ ਦੂਜੀਆਂ ਜਿਹੜੀਆਂ ਟੀਚਰ ਯੂਨੀਅਨ ਨਾ ਉਹਨਾਂ ਨੇ ਇਕੱਠੇ ਹੋ ਕੇ ਇਹ ਗੱਲਬਾਤ ਕਹੀ ਆ। ਜਿਹੜਾ ਇਸ ਵੇਲੇ ਸਟੂਡੈਂਟ ਨਿਊਟ੍ਰੀਸ਼ਨ ਪ੍ਰੋਗਰਾਮਾਂ ਦੀ ਮੰਗ ਵੱਧ ਰਹੀ ਆ, ਵਿਦਿਆਰਥੀਆਂ ਦੀਆਂ ਲੋੜਾਂ ਨੂੰ ਫੂਡ ਬੈਂਕਾਂ ਪੂਰੀਆਂ ਨਹੀਂ ਕਰ ਸਕਦੀਆਂ। ਸੰਸਥਾਵਾਂ ਦਾ ਇਹ ਕਹਿਣਾ ਹੈ ਕਿ ਸਾਰੇ ਸਕੂਲਾਂ ਦੇ ਵਿੱਚ ਇੱਕ ਵਾਰੀ ਫ੍ਰੀ ਬ੍ਰੇਕਫਾਸਟ ਦਾ ਲੰਚ ਕਰ ਦਿਓ ਸਟੂਡੈਂਟਸ ਦੇ ਲਈ। ਅਤੇ ਇਹ ਵੀ ਆ ਕਿ ਉਹਨੂੰ ਖਾਣੇ ਨੂੰ ਦੇਣ ਦੇ ਲਈ ਸਕੂਲਾਂ ਦੇ ਕੋਲ ਜਿਹੜਾ ਫੰਡਿੰਗ ਹੋਵੇ ਜਾਂ ਉਹਨਾਂ ਕੋਲ ਇਨਫਰਾਸਟਰਕਚਰ ਹੋਵੇ। ਜਿਹੜੇ ਟੋਰਾਂਟੋ ਯੂਥ ਕੈਬਨਿਟ ਦੇ ਐਗਜ਼ੈਕਟਿਵ ਡਾਇਰੈਕਟਰ ਨੇ ਸਟੀਫਨ ਮੈਨਸਾ, ਉਹਨਾਂ ਨੇ ਕਿਹਾ ਕਿ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਇਹ ਚੀਜ਼ਾਂ ਦੇਣ ਦੇ ਲਈ ਉਹਨਾਂ ਦੀ ਘੱਟੋ ਘੱਟ ਅਟੈਂਡੈਂਸ ਵਧੂਗੀ, ਛੁੱਟੀਆਂ ਘੱਟ ਕਰਨਗੇ, ਉਹਨਾਂ ਦੀ ਸਿਹਤ ਚੰਗੀ ਹੋਊਗੀ, ਉਹਨਾਂ ਦੀ ਅਚੀਵਮੈਂਟ ਦੇ ਉੱਤੇ ਫਰਕ ਪਊਗਾ, ਜ਼ਿਆਦਾ ਇੰਟੈਲੀਜੈਂਟ ਹੋਣਗੇ ਜਾਂ ਉਹਨਾਂ ਦੇ ਨੰਬਰ ਇਸ ਚੀਜ਼ ਦੇ ਨਾਲ ਜ਼ਿਆਦਾ ਹੋਣਗੇ। ਅੱਜ ਬੁੱਧਵਾਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਸਿੱਧੇ ਤੌਰ 'ਤੇ ਕਿਹਾ ਵੀ ਇਹ ਕੋਈ ਅਧਿਕਾਰ ਆ, ਕੋਈ ਲਗਜ਼ਰੀ ਨਹੀਂ ਮੰਗ ਰਹੇ ਸੀ ਕਿ ਬਹੁਤ ਵੱਡੀ ਕੋਈ ਸਹੂਲਤ ਮੰਗ ਰਹੇ ਆ। ਇਹਨਾਂ ਬੱਚਿਆਂ ਨੂੰ ਇਹ ਚੀਜ਼ ਮਿਲਣੀ ਚਾਹੀਦੀ ਹੈ, ਇਹਦੇ ਹੱਕਦਾਰ ਨੇ ਇਹ। ਅਤੇ ਕੁਛ ਮਹੀਨਿਆਂ ਦੇ ਵਿੱਚ ਫੂਡ ਬੈਂਕਾਂ ਦੇ ਉੱਤੇ ਜਿਹੜੇ ਲੋਕ ਨਿਰਭਰ ਕਰਦੇ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ। ਮਤਲਬ ਉਹ ਦੱਸਦੇ ਆ ਕਿ ਉਹਨਾਂ ਦੇ ਕੋਲ ਜਿਹੜੇ ਮਤਲਬ ਸਭ ਤੋਂ ਜ਼ਿਆਦਾ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਫੂਡ ਬੈਂਕਾਂ ਕੰਮ ਕਰ ਰਹੀਆਂ, ਜਿਹੜੀਆਂ ਫੂਡ ਏਜੰਸੀਜ਼ ਆ ਉਹ ਦੱਸਦੀਆਂ ਕਿ 20,000 ਲੋਕਾਂ ਨੂੰ ਉਹ ਸੇਵਾਵਾਂ ਦੇ ਰਹੇ ਆ, ਜਿਹੜੇ ਕਿ ਇਸ ਵੇਲੇ 36 ਸਾਲ ਹੋ ਗਏ ਨਾ ਫੂਡ ਬੈਂਕਾਂ ਨੂੰ। ਇੰਨਾ ਕਦੇ ਮਤਲਬ ਨਹੀਂ ਸੀ ਲੋਕਾਂ ਨੂੰ ਤੰਗੀ ਆਈ ਜਿੰਨੀ ਇਸ ਵੇਲੇ ਆ। ਸੋ ਇੱਕ 1200 ਫੂਡ ਬੈਂਕ ਦੇ ਨਾਲ ਸੰਬੰਧਿਤ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਗਰੁੱਪ ਫੀਡ ontario ਜਿਹੜੇ ਇਹੀ ਕੰਮ ਕਰਦੇ ਆ, ਉਹਨਾਂ ਨੇ ਨਵੰਬਰ ਦੇ ਵਿੱਚ ਵੀ ਇੱਕ ਰਿਪੋਰਟ ਦੇ ਵਿੱਚ ਕਿਹਾ ਸੀ ਕਿ 1 ਅਪ੍ਰੈਲ 2021 ਤੋਂ ਲੈ ਕੇ 31 ਮਾਰਚ 2022 ਦੇ ਦਰਮਿਆਨ 5,87,000 ਜਿਹੜੇ ਬੱਚੇ ਜਾਂ ਜਿਹੜੇ ਯੂਥ ਸੀਗੇ ਅਤੇ ਕੁੱਲ 4.3 ਮਿਲੀਅਨ ਟਾਈਮਸ ਜਿਹੜੇ ਆ ਇਹ ਇਹਨਾਂ ਬੈਂਕਾਂ ਦੇ ਵਿੱਚ ਆਏ ਆ। ਸੋ ਭੋਜਨ ਮਿਲਣਾ ਚਾਹੀਦਾ ਸਾਰਿਆਂ ਨੂੰ, ਰਾਜਮਾ ਮਿਲਣਾ ਚਾਹੀਦਾ, ਅਤੇ ਸਕੂਲਾਂ ਦੇ ਵਿੱਚ ਸਰਕਾਰਾਂ ਨੂੰ ਬ੍ਰੇਕਫਾਸਟ ਅਤੇ ਲੰਚ ਫ੍ਰੀ ਦੇਣ ਬਾਰੇ ਜ਼ਰੂਰ ਸੋਚਣਾ ਚਾਹੀਦਾ। ਅਗਲੀ ਗੱਲਬਾਤ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਆ। ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਕਈ ਸੁਣਨ ਨੂੰ ਗੱਲਾਂ ਮਿਲਦੀਆਂ ਰਹਿੰਦੀਆਂ, ਪਰ ਇੱਕ ਰਿਪੋਰਟ ਜਿਹੜੀ ਆਈ ਹੈ ਜਾਂ ਕੁਛ ਇੱਕ ਨਿਊਜ਼ ਏਜੰਸੀ ਨੇ ਆਪਣੇ ਪੱਧਰ ਦੇ ਉੱਤੇ ਇੱਕ ਡਾਟਾ ਇਕੱਠਾ ਕਰਕੇ ਇਹ ਦੱਸਿਆ ਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਣਸੁਖਾਵੀਆਂ ਮੌਤਾਂ ਦੇ ਵਿੱਚ, ਜਿਹੜੀਆਂ ਅਣਆਈਆਂ ਮੌਤਾਂ ਦੇ ਵਿੱਚ ਵਾਧਾ ਹੋ ਰਿਹਾ। ਨੌਜਵਾਨਾਂ ਨੂੰ ਇਹਦਾ ਕਾਰਨ ਕਿਤੇ ਨਾ ਕਿਤੇ ਮਾਨਸਿਕ ਸਿਹਤ ਦੀਆਂ ਚੁਣੌਤੀਆਂ ਆ ਰਹੀਆਂ। ਮਾਨਸਿਕ ਸਿਹਤ ਬਹੁਤ ਵੱਡਾ ਮਸਲਾ ਆ। ਇੱਕ ਇਕੱਲਾ ਨਿਆਣਾ ਜਿਹੜਾ 18 ਸਾਲਾਂ ਦਾ ਇੱਥੇ ਆ ਜਾਂਦਾ ਆ, ਉਹਨੂੰ ਬਹੁਤ ਸਟਰਗਲ ਕਰਨੀ ਪੈਂਦੀ ਆ। ਇੱਥੇ ਚੰਗੇ ਭਲੇ ਜਿਨ੍ਹਾਂ ਦਾ ਸਾਰਾ ਕੁਝ ਹੁੰਦਿਆਂ ਸੁਣਦਿਆਂ ਲੋਕ ਡਿਪਰੈਸ਼ਨ ਦਾ ਸ਼ਿਕਾਰ ਆ। ਅਮਰੀਕਾ ਦੇ ਵਿੱਚ ਉੱਥੋਂ ਦੇ ਸਰਜਨ ਜਨਰਲ ਨੇ ਇਹ ਕਹਿ ਦਿੱਤਾ ਕਿ ਸਾਰੇ ਇੱਕ ਐਪੀਡੈਮਿਕ ਫੈਲੀ ਆ ਪੂਰੇ ਅਮਰੀਕਾ ਦੇ ਵਿੱਚ ਇਹਦੀ ਆਈਸੋਲੇਸ਼ਨ ਦੀ ਅਤੇ ਜਿਹੜੀ ਮਾਨਸਿਕ ਬਿਮਾਰੀਆਂ ਦੀ। ਅਤੇ ਇੱਥੇ ਇਹਨਾਂ ਦਾ ਜਿਨ੍ਹਾਂ ਦਾ ਕੋਈ ਬਹੁਤਾ ਇੱਥੇ ਹਜੇ ਤੱਕ ਉਹਨਾਂ ਦੇ ਪੈਰ ਵੀ ਨਹੀਂ ਲੱਗੇ ਹੁੰਦੇ, ਇੰਨਾ ਹੀ ਸਮਝ ਵੀ ਨਹੀਂ ਹੁੰਦੀ, ਕੁਦਰਤੀ ਆ ਕਿ ਉਹਨਾਂ ਨੂੰ ਮਾਨਸਿਕ ਸਮੱਸਿਆਵਾਂ ਦਾ ਵੱਧ ਸਾਹਮਣਾ ਕਰਨਾ ਪੈਂਦਾ। ਇੱਕ ਨਿਊਜ਼ ਏਜੰਸੀ ਨੇ ਕੀ ਕੀਤਾ ਹੈ ਕਿ ਉਹਨਾਂ ਨੇ ਫਿਊਨਲ ਅਤੇ ਕਰਮੇਸ਼ਨ ਸੈਂਟਰਾਂ ਦੇ ਉੱਤੇ ਜਾ ਕੇ ਗੱਲਬਾਤ ਕੀਤੀ ਹੈ ਕਿ ਚੈਨਲ ਪੰਜਾਬੀ ਦੇ ਉੱਤੇ ਵੀ ਤੁਸੀਂ ਅਕਸਰ ਦੇਖਦੇ ਆ ਕਿੰਨੀਆਂ ਖਬਰਾਂ ਹੁੰਦੀਆਂ ਕਿ ਫਲਾਣੇ ਦੀ ਲਾਸ਼ ਭੇਜ ਦਿੱਤੀ ਗਈ, ਫਲਾਣੇ ਦੀ ਲਾਸ਼ ਲਈ ਫੰਡ ਇਕੱਠਾ ਕਰਨਾ ਪੈਣਾ, ਉਹਨੂੰ ਇਹ ਕਰਨਾ ਪੈਣਾ। ਹੁਣ ਉਹ ਮੌਤਾਂ ਵੀ ਨੇ ਅਤੇ ਕੁਛ ਸੁਸਾਈਡ ਵੀ ਨੇ। ਇਹ ਜਿਹੜੇ ਕੁਛ ਲੋਕ ਨੇ ਇਸ ਮਾਮਲੇ ਦੀ ਘੋਖ ਪੜਤਾਲ ਕਰ ਰਹੇ ਆ। ਇਹਦਾ ਅੰਕੜੇ ਹਜੇ ਤੱਕ ਸਿੱਧੇ ਸਾਹਮਣੇ ਕੋਈ ਨਹੀਂ, ਕਿਉਂਕਿ ਇਹ ਅੰਕੜੇ ਇੱਦਾਂ ਨਹੀਂ ਕੱਢੇ ਜਾਂਦੇ ਵੀ ਇਹ ਵਿਦਿਆਰਥੀ ਸੀ ਜਾਂ ਇਹ ਪੰਜਾਬੀ ਵਿਦਿਆਰਥੀ ਸੀ, ਕਿੰਨੇ ਸੀਗੇ। ਇਹ ਅੰਕੜੇ ਇਸ ਤਰੀਕੇ ਨਾਲ ਨਹੀਂ ਕੱਢੇ ਜਾਂਦੇ ਜਾਂ ਰੱਖੇ ਜਾਂਦੇ। ਈਵਨ ਜਿਹੜੀਆਂ ਓਵਰਡੋਜ਼ ਮੌਤਾਂ ਵੀ ਹੁੰਦੀਆਂ ਉਹਦੇ ਅੰਕੜੇ ਵੀ ਰੇਸ ਜਾਂ ਐਥਨੀਸਿਟੀ ਦੇ ਹਿਸਾਬ ਨਾਲ ਨਹੀਂ ਕੱਢੇ ਜਾਂਦੇ। ਪਰ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਾ ਕੇ ਕੁਛ ਫਿਊਨਲ ਹੋਮਸ ਦੇ ਨਾਲ ਜਿੱਥੇ ਕਿਉਂਕਿ ਜਿਹੜੀ ਕੋਈ ਇੱਦਾਂ ਦੀ ਅਣਸੁਖਾਵੀਂ ਘਟਨਾ ਵਾਪਰਦੀ ਆ, ਉੱਥੇ ਉਹਨਾਂ ਨੂੰ ਫਿਊਨਲ ਹੋਮ ਫਿਰ ਉਹ ਡੈੱਡ ਬੋਡੀ ਇੰਡੀਆ ਭੇਜਦਾ ਆ। ਉਹਨਾਂ ਦੇ ਨਾਲ ਗੱਲਬਾਤ ਕਰਕੇ ਇੱਕ ਪਤਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਦੱਸਣ ਅਨੁਸਾਰ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਜਿਹੜੇ ਨੌਜਵਾਨਾਂ ਦੀਆਂ ਲਾਸ਼ਾਂ ਭੇਜਣੀਆਂ ਪੈ ਰਹੀਆਂ ਉਹਨਾਂ ਨੂੰ ਇੰਡੀਆ ਦੇ ਵਿੱਚ, ਉਹਦੀ ਗਿਣਤੀ ਵੱਧ ਰਹੀ ਹੈ।
ਅੰਤਰਰਾਸ਼ਟਰੀ ਵਿਦਿਆਰਥੀ ਦੀ ਉਹਨਾਂ ਦੇ ਵਿੱਚ ਗਿਣਤੀ ਵੱਧ ਰਹੀ ਹੈ ਤੇ ਕੁਝ ਮਾਮਲੇ ਉਹਨਾਂ ਨੂੰ ਇਦਾਂ ਦੇ ਦਿਖ ਰਹੇ ਵੀ ਜਿਹੜੇ ਆਤਮ ਹੱਤਿਆ ਦੇ ਨਾਲ ਸਿੱਧੇ ਸੰਬੰਧਿਤ ਹੁੰਦੇ ਆ। ਹਾਲਾਂਕਿ ਉਹਨਾਂ ਕੋਲ ਡਿਟੇਲ ਨਹੀਂ ਹੁੰਦੀ ਇਹਦੇ ਬਾਰੇ ਵੀ ਇਹ ਕੌਣ ਆ ਜਾਂ ਕੀ ਗੱਲਬਾਤ ਸੀਗੀ, ਪਰ ਇਹ ਗੱਲ ਸਾਡੇ ਲਈ ਘੱਟੋ ਘੱਟ ਚਿੰਤਾ ਕਰਨ ਵਾਲੇ ਆ। ਪਿਛਲੇ ਸਾਲਾਂ ਦੇ ਵਿੱਚ ਇੰਡੀਆ ਤੋਂ ਇੱਥੇ ਕੈਨੇਡਾ ਦੇ ਵਿੱਚ ਆਉਣ ਵਾਲੇ ਜਿਹੜੇ ਅੰਤਰਰਾਸ਼ਟਰੀ ਸਟੂਡੈਂਟ ਆ ਉਹਨਾਂ ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਹੋਇਆ, ਪਰ ਸਪਸ਼ਟ ਅੰਕੜੇ ਸਾਡੇ ਕੋਲ ਕੋਈ ਨਹੀਂ ਹੈ। ਮਤਲਬ ਪਤਾ ਨਹੀਂ ਹੈ ਕਿ ਫੈਡਰਲ ਸਰਕਾਰ ਜਾਂ ਇਹਨਾਂ ਦੀਆਂ ਜਿਹੜੀਆਂ ਡੈਥਸ ਨੇ ਉਹਨੂੰ ਟਰੈਕ ਕਿਉਂ ਨਹੀਂ ਕਰਦੇ। ਪਤਾ ਤਾਂ ਲੱਗੇ ਨਾ ਘੱਟੋ ਘੱਟ ਵੀ ਇਹ ਰੌਲਾ ਵੱਧਦਾ ਜਾਂ ਅਸਲ ਦੇ ਵਿੱਚ ਹੋ ਕੀ ਰਿਹਾ। ਜੇ ਉਹ ਹੋ ਰਹੀ ਹੈ, ਜੇ ਇਹ ਸਮੱਸਿਆ ਹੈਗੀ ਹੈ ਤਾਂ ਫਿਰ ਉਹਦਾ ਕੋਈ ਹੱਲ ਲੱਭਿਆ ਜਾਵੇ। ਕੁਛ ਰਿਪੋਰਟਸ ਪਿੱਛੇ ਜੇ ਆਈਆਂ ਸੀਗੀਆਂ ਪਰ ਉਹਦੇ ਕੋਲ ਵੀ ਕੋਈ ਸੋਲਿਡ ਬੇਸ ਨਹੀਂ ਸੀ। ਜਿਹੜੇ ਹੁਣ ਉੱਥੇ ਇੱਕ ਲੋਟਸ ਫਿਊਨਲ ਆ, ਬੜੇ ਲੰਬੇ ਸਮੇਂ ਤੋਂ ਉਹ ਇਸ ਕੰਮ ਦੇ ਵਿੱਚ ਨੇ, ਅਤੇ ਉਹ ਇਹਨਾਂ ਦੀਆਂ ਜਿਹੜੀਆਂ ਕਿਸੇ ਵੀ ਭਾਰਤੀ ਨਾਗਰਿਕਾਂ ਦੀਆਂ ਜਿਹੜੀਆਂ ਡੈੱਡ ਬੋਡੀਜ਼ ਹੁੰਦੀਆਂ ਆ, ਉਹਨਾਂ ਨੂੰ ਕੌਂਸਲੇਟ ਜਨਰਲ ਜਾਂ ਭਾਈਚਾਰੇ ਦੇ ਹੋਰ ਜਿਹੜੇ ਮੈਂਬਰ ਆ ਉਹਨਾਂ ਦੇ ਨਾਲ ਰਲ ਕੇ ਜਾਂ ਉਹਨਾਂ ਦੀ ਬੇਨਤੀ ਦੇ ਉੱਤੇ ਇੰਡੀਆ ਭੇਜਦੇ ਆ। ਪਹਿਲਾਂ 1 ਮਹੀਨੇ ਦੇ ਵਿੱਚ 2 ਮਾਮਲੇ ਵੱਧ ਤੋਂ ਵੱਧ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਜਿਹੜੇ ਕਈ ਲੋਕ ਹੁੰਦੇ ਸੀ, ਪਰ ਹੁਣ ਉਹ ਕਹਿੰਦੇ ਕਿ ਪਿਛਲੇ ਸਾਲ ਤੋਂ ਇਹ ਗਿਣਤੀ ਵਧੀ ਜਾ ਰਹੀ ਹੈ। ਲੋਰਡਸ ਫਿਊਨਲ ਤੇ ਕਰਮੇਸ਼ਨ ਸੈਂਟਰ ਉਹਨਾਂ ਦਾ ਇਹ ਕਹਿਣਾ ਆ ਕਿ ਹੁਣ ਹਰ ਮਹੀਨੇ 4 ਤੋਂ 5 ਜਣਿਆਂ ਦੀਆਂ ਡੈੱਡ ਬੋਡੀਜ਼ ਉਹਨਾਂ ਨੂੰ ਇੰਡੀਆ ਭੇਜਣੀਆਂ ਪੈਂਦੀਆਂ, ਕਿਸੇ ਮਹੀਨੇ ਤਾਂ 7 ਵੀ ਭੇਜੀਆਂ। ਇਹ ਅਸੀਂ ਇੱਕ ਫਿਊਨਲ ਹੋਮ ਦੀ ਗੱਲ ਕਰ ਰਹੇ ਹਾਂ। ਕਿੰਨੇ ਕੈਨੇਡਾ ਦੇ ਪ੍ਰੋਵਿੰਸ ਨੇ, ਸੂਬੇ ਨੇ, ਤੇ ਕਿੰਨੇ ਸੂਬਿਆਂ ਦੇ ਵਿੱਚੋਂ ਕੀ ਕੁਛ ਹੋ ਰਿਹਾ। ਔਰ ਜਿਹੜੀਆਂ ਭਾਰਤ ਪੂਰੇ ਇੰਡੀਆ ਦੇ ਵਿੱਚ ਜਿਹੜੀਆਂ ਡੈੱਡ ਬੋਡੀਜ਼ ਭੇਜੀਆਂ ਆ, 2018 ਦੇ ਵਿੱਚ 8 ਗਈਆਂ ਸੀ, 19 ਦੇ ਵਿੱਚ 16 ਗਈਆਂ, 20 'ਚ 12 ਗਈਆਂ, 21 'ਚ 11 ਗਈਆਂ ਅਤੇ 22 ਦੇ ਵਿੱਚ 33 ਭੇਜੀਆਂ ਗਈਆਂ। ਹੁਣ ਦੇਖਣ ਨੂੰ ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਦਿਲ ਦਹਿਲਾ ਦੇਣ ਵੀ ਗੱਲਬਾਤ ਆ। ਇਹ ਜਿਹੜੇ ਵਰਕਰ ਆ, ਜਿਹੜੇ ਉੱਥੇ ਕੰਮ ਕਰਨ ਵਾਲੇ ਆ, ਕੁਛ ਨਿਊਜ਼ ਵਾਲਿਆਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਵੀ ਸਾਨੂੰ ਇਸ ਕਰਕੇ ਵੀ ਜਿਹੜੀ ਦੇਖਣਾ ਪੈਂਦਾ ਵੀ ਉਹਦੇ ਜਿਹੜੀ ਡੈੱਡ ਬੋਡੀ ਹੁੰਦੀ ਉਹਦੀ ਗਰਦਨ ਦੇ ਉੱਤੇ ਨਿਸ਼ਾਨ ਹੁੰਦਾ ਜਿਹੜਾ ਲੱਗਦਾ ਹੁੰਦਾ ਵੀ ਬੰਦੇ ਨੇ ਸੁਸਾਈਡ ਕੀਤੀ ਹੈ, ਫਾਹਾ ਲੈ ਲਿਆ। ਡੁੱਬਣ ਦੀਆਂ ਘਟਨਾਵਾਂ ਹੁੰਦੀਆਂ, ਨਸ਼ੇ ਦੀ ਓਵਰਡੋਜ਼ ਦੇ ਲੱਛਣ ਵੀ ਕਈ ਵਾਰੀ ਨਜ਼ਰ ਆਉਂਦੇ ਆ। ਇਹ ਕਿਤੇ ਨਾ ਕਿਤੇ ਸੁਸਾਈਡ ਦਾ ਜਿਹੜਾ ਉੱਧਰਲੇ ਪਾਸੇ ਨੂੰ ਇਸ਼ਾਰਾ ਵੀ ਕਰਦੇ ਆ। ਜਿਹੜੇ ਉੱਥੇ ਹੁਣ ਪ੍ਰਾਈਵੇਸੀ ਹੈ, ਇੱਦਾਂ ਕੋਈ ਦੱਸ ਨਹੀਂ ਸਕਦੇ ਵੀ ਕਾਰਨ ਕੀ ਆ। ਇਸ ਕਰਕੇ ਉਹਨਾਂ ਨੇ ਦੱਸਿਆ ਕਿ ਜਿਹੜੇ ਹੋਰ ਪਰ ਇੱਕ ਜਿਹੜੀਆਂ ਮਤਲਬ ਦੱਸਦੇ ਆ ਕਿ ਵਾਧਾ ਜ਼ਰੂਰ ਹੋ ਰਿਹਾ ਸੜਕ ਹਾਦਸੇ ਦੇ ਵਿੱਚ, ਖੁਦਕੁਸ਼ੀਆਂ ਦੇ ਵਿੱਚ, ਡਰੱਗ ਓਵਰਡੋਜ਼ ਦੇ ਵਿੱਚ। ਕਈ ਕਾਰਨਾਂ ਕਰਕੇ ਹੋਈਆਂ ਹੁੰਦੀਆਂ। ਕਾਰਨ ਪਤਾ ਕਰਾਉਣ ਦੇ ਲਈ ਸਮਾਂ ਲੱਗਦਾ ਹੈ ਕਿ ਕੋਰੋਨਾ ਦੀ ਜਾਂਚ ਵਿੱਚ ਹਫ਼ਤੇ ਜਾਂ ਕਈ ਮਹੀਨੇ ਲੱਗ ਜਾਂਦੇ ਆ। ਇਹ ਅੰਕੜੇ ਅੱਗੇ ਨਾਲੋਂ ਵਧੇ ਆ। ਇਹ ਇੱਕ ਚਿੰਤਾ ਵਾਲੀ ਗੱਲ ਆ। ਪਿਛਲੇ ਸਾਲ ਭਾਰਤ ਤੋਂ ਕੈਨੇਡਾ ਆਉਣ ਵਾਲੇ ਜਿਹੜੇ ਵਿਦਿਆਰਥੀ ਸੀ ਉਹਨਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋਇਆ। 2021 ਦੇ ਵਿੱਚ 2,16,500 ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ ਆਇਆ, 22 ਦੇ ਵਿੱਚ 3,19,000 ਵਿਦਿਆਰਥੀ ਆਏ, ਅਤੇ 23 ਦੇ ਵਿੱਚ ਇਹ ਤੋਂ ਜ਼ਿਆਦਾ ਗਿਣਤੀ ਵਧੂਗੀ। ਇਮੀਗ੍ਰੇਸ਼ਨ ਡਿਪਾਰਟਮੈਂਟ ਇਹ ਕਹਿੰਦਾ ਕਿ ਜਿਹੜੇ ਵੀ ਕੋਈ ਫੋਰਨ ਸਿਟੀਜ਼ਨ ਨੇ ਉਹਨਾਂ ਦੀਆਂ ਡੈੱਡ ਬੋਡੀਜ਼ ਨੂੰ ਵਾਪਸ ਭੇਜੇ ਜਾਣ ਨੂੰ ਉਹ ਟਰੈਕ ਨਹੀਂ ਕਰਦੇ। ਉਹਨਾਂ ਕੋਲ ਕੋਈ ਇੱਦਾਂ ਦਾ ਪ੍ਰਬੰਧ ਨਹੀਂ ਜਿਹਦੇ ਵਿੱਚ ਇਹ ਪਤਾ ਲੱਗੇ ਕਿ ਕਿੰਨੀਆਂ ਡੈੱਡ ਬੋਡੀਜ਼ ਗਈਆਂ। ਜਿਹੜਾ ਸਟੈਟਿਸਟਿਕਸ ਕੈਨੇਡਾ ਆ, ਸਟੈਟਿਸਟਿਕਸ ਕੈਨੇਡਾ ਦਾ ਸਾਰਾ ਹਿਸਾਬ ਕਿਤਾਬ ਰੱਖਦੇ, ਜਨਸੰਖਿਆ ਦਾ, ਕਿਹੜੇ ਘਰ 'ਚ ਕਿੰਨੇ ਮੈਂਬਰ ਆ, ਕੀ ਆ, ਸਾਰਾ ਕੁਛ ਉਹ ਕਰਦੇ ਆ। ਪਰ ਉਹਨਾਂ ਨੂੰ ਇਹ ਵੀ ਜਾਣਕਾਰੀ ਉਹਨਾਂ ਕੋਲ ਵੀ ਬਹੁਤੀ ਹੈ ਨਹੀਂ ਕਿ ਜਿਹੜੇ ਫੋਰਨਰ ਜਿਹੜੇ ਇੰਟਰਨੈਸ਼ਨਲ ਜਿਹੜੇ ਸਟੂਡੈਂਟ ਸੀਗੇ ਉਹ ਸੀਗੇ ਜਾਂ ਨਹੀਂ ਸੀਗੇ। ਸੋ ਹੁਣ ਕਿਉਂਕਿ ਜਿਵੇਂ ਇੱਕ ਉੱਥੇ ਇੰਡੀਅਨ ਕੌਂਸਲੇਟ ਆ ਟੋਰਾਂਟੋ ਦੇ ਵਿੱਚ, ਜਿਹੜੇ ਕੰਟੈਰੀਓ ਦੇ ਵਿਦਿਆਰਥੀਆਂ ਨਾਲ ਡੀਲ ਕਰਦੇ ਆ, ਉਹ ਕਹਿੰਦੇ 21 ਦੇ ਵਿੱਚ ਜਿਹੜੇ ਇਹਨਾਂ ਨਾਲ ਰਜਿਸਟਰ ਹੋਏ ਆ 1,73,935, ਉਹਨਾਂ 'ਚੋਂ 22 ਸਟੂਡੈਂਟਸ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ 4 ਸੁਸਾਈਡ ਸੀ। 2022 ਦੇ ਵਿੱਚ ਕੌਂਸਲੇਟ ਕੋਲ ਜਿਹੜਾ ਰਜਿਸਟਰਡ ਵਿਦਿਆਰਥੀ ਅਤੇ ਖੁਦਕੁਸ਼ੀਆਂ ਦੋਵਾਂ ਦੀ ਗਿਣਤੀ ਵਧੀ ਹੈ। 2,36,565 ਦੇ ਵਿੱਚੋਂ 25 ਜਣਿਆਂ ਦੀ ਮੌਤ ਹੋਈ ਹੈ ਅਤੇ 7 ਖੁਦਕੁਸ਼ੀਆਂ ਦੇ ਮਾਮਲੇ ਦੱਸੇ ਗਏ ਆ। ਹਾਲਾਂਕਿ ਹੁਣ ਇਹਨੂੰ ਕੁਛ ਕਿਹਾ ਨਹੀਂ ਜਾ ਸਕਦਾ ਇਹਦੇ ਬਾਰੇ, ਕਿਉਂਕਿ ਐਗਜ਼ੈਕਟ ਕੈਨੇਡਾ ਦੇ ਵਿੱਚ ਇਸ ਚੀਜ਼ ਦਾ ਰੈਕਡ ਹੀ ਨਹੀਂ ਹੈ ਕਿ ਕਿੰਨੇ ਇੰਟਰਨੈਸ਼ਨਲ ਸਟੂਡੈਂਟ ਸੀ, ਜਾਂ ਉਹਦਾ ਅੱਗਿਓਂ ਕਾਰਨ ਕਿ ਉਹ ਜਿਨ੍ਹਾਂ ਦੀ ਮੌਤ ਦਾ ਕਾਰਨ ਕੀ ਸੀ, ਕਿੰਨੀ ਸੁਸਾਈਡ ਸੀਗੀ ਜਾਂ ਕੀ ਸੀਗਾ। ਪਰ ਭਾਈਚਾਰੇ ਦੇ ਵਿੱਚ ਤੁਸੀਂ ਓਵਰਆਲ ਦੇਖ ਸਕਦੇ ਹੋ ਕਿ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ, ਅਤੇ ਇਹਦੇ ਸੰਬੰਧੀ ਸਰਕਾਰ ਉੱਪਰ ਸਵਾਲ ਉੱਠ ਰਿਹਾ ਕਿ ਘੱਟੋ ਘੱਟ ਕੁਛ ਨਾ ਕੁਛ ਇਮੀਡੀਏਟਲੀ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ। ਜੇ ਇਹਨਾਂ ਸਟੂਡੈਂਟਸ ਦਾ ਕੋਈ ਪ੍ਰੋਬਲਮ ਆ, ਇਹਨਾਂ ਨੂੰ ਕੋਈ ਸਮੱਸਿਆ ਆ, ਇਹ ਇਕੱਲੇ ਨੇ ਜਾਂ ਇਹਨਾਂ ਨੂੰ ਕੋਈ ਹੈਲਪ ਚਾਹੀਦੀ ਆ, ਤਾਂ ਉਹ ਸਰਕਾਰ ਨੂੰ ਉਸੇ ਵੇਲੇ ਦੇਣੀ ਚਾਹੀਦੀ ਆ, ਤਾਂ ਕਿ ਇੱਕ ਜਿਹੜਾ ਕਿ ਬਹੁਤ ਵੱਡਾ ਸਰਮਾਇਆ ਆ ਕੈਨੇਡਾ ਦਾ, ਕੈਨੇਡਾ ਆਉਣ ਵਾਲਾ ਭਵਿੱਖ ਇਹੀ ਨੇ ਇਹਨਾਂ ਦੇ ਸਿਰ ਦੇ ਉੱਤੇ ਸਰਵਾਈਵ ਕਰ ਰਿਹਾ। ਇਹ ਕੋਈ ਅੱਤ ਕਥਨੀ ਗੱਲ ਨਹੀਂ ਆ।
ਕੈਨੇਡਾ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ, ਕੰਮ ਕਰਨ ਵਾਲੀ ਉਮਰ ਦੇ ਲੋਕ ਹੈ ਨਹੀਂ, ਜਾਂ ਬਜ਼ੁਰਗ ਨੇ ਜਾਂ ਬੱਚੇ ਨੇ, ਵਿਚਕਾਰਲੀ ਏਜ ਹੈ ਨਹੀਂ, ਤੇ ਇਹ ਏਜ ਇਹਨਾਂ ਨੇ ਬਾਹਰੋਂ ਸੱਦਣੀ ਹੈ। ਚਾਹੇ ਉਹ 5 ਲੱਖ ਬੰਦੇ ਨੂੰ ਸਾਲ ਦੀ PR ਦੇਣੀ ਹੈ, ਤੇ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟਸ ਦੇ ਰੂਪ ਦੇ ਵਿੱਚ ਆਉਂਦੇ ਆ। ਜੇ ਇਹਨਾਂ ਦੀ ਕੋਈ ਸਮੱਸਿਆ ਹੈਗੀ ਆ, ਜੇ ਤਾਂ ਜੋ ਕੁਝ ਬਾਕੀ ਜਨਸੰਖਿਆ ਦੇ ਵਿੱਚ ਹੋ ਰਿਹਾ ਕਿ 100 ਦੇ ਪਿੱਛੇ ਇੰਨੇ ਜਣਿਆਂ ਨੂੰ ਮਾਨਸਿਕ ਸਮੱਸਿਆ, ਇੰਨੇ ਜਣੇ ਖੁਦਕੁਸ਼ੀ ਕਰਦੇ ਆ, ਜਾਂ ਇੰਨੇ ਜਣਿਆਂ ਦੀ ਮੌਤ ਸਧਾਰਨ ਕਾਰਨਾਂ ਕਰਕੇ ਹੋ ਜਾਂਦੀ, ਫਿਰ ਤਾਂ ਠੀਕ ਆ। ਪਰ ਜੇ ਇਹਨਾਂ ਦੇ ਵਿੱਚ ਕੋਈ ਵਾਧਾ ਹੈਗਾ ਆ ਜਿਹੜਾ ਕਿ ਭਾਈਚਾਰੇ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ, ਤਾਂ ਇਸ ਇਸ਼ੂ ਨੂੰ ਸਰਕਾਰ ਨੂੰ ਜ਼ਰੂਰ ਐਡਰੈਸ ਕਰਨਾ ਚਾਹੀਦਾ। ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਤਾਜ਼ੀਆਂ ਖਬਰਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।